बिस्मिल्लाहिर्रहमानिर्रहीम वेलकम बैक टू अनदर न्यू व्लॉग। अज दा व्लॉग जी बड़ा सोहना बड़ा चज्ज वाला बड़ा मज़ेदार सूप दे नाल असीं बना रहे हैं। मेरे ना घर वालियां ने फरमाइश की कि हसबैंड जी ने फरमाइश की कि अज ना सूप बना दे। मैं बड़े चावां दे नाल सोहना करके सूप बनाया ते ओह ना चिकन पहले मैं बॉयल होने आस्ते रख दित्ता सी। ओहदे विच मैं जिंजर पेस्ट गार्लिक पेस्ट पा के ते उत्ते रख दित्ता कालियां मिर्चां ते लूण भी विच सड़ दित्ता ते ना ਉਹ ਕੁੜੀ ਨੇ ਪਾਇਆ ਸੀ ਚਿਕਨ। ਵੈਸੇ ਮੈਨੂੰ ਇਹ ਸਮਝ ਨਹੀਂ ਆਈ, ਵੈਸੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਤੁਸੀਂ ਵੀ ਇੰਜ ਕਰਦੇ ਹੋ ਕਿ ਚਿਕਨ ਦੀ ਯਖਨੀ ਕੱਢੀ ਦੀ ਹੈ ਫਿਰ ਅਸੀਂ ਚਿਕਨ ਕਿਊਬ ਵੀ ਵਿੱਚ ਪਾਈਦਾ ਫਿਰ ਜੀ ਯਖਨੀ ਦਾ ਜ਼ਾਇਕਾ ਸਹੀ ਹੁੰਦਾ। ਮੈਨੂੰ ਇਹ ਗੱਲ ਸਮਝ ਨਹੀਂ ਆਈ। ਮੈਂ ਉਹ ਨੈੱਟ 'ਤੇ ਸੂਪ ਵੇਖ ਰਹੀ ਸਾਂ, ਵੈਸੇ ਮੈਂ ਸੂਪ ਬਣਾ ਲੈਂਦੀ ਹਾਂ। ਮੈਂ ਕਿਹਾ ਅੱਜ ਕੋਈ ਹੋਰ ਤਰ੍ਹਾਂ ਦਾ ਵਧੀਆ ਸੂਪ ਬਣਾਉਂਦੇ ਹਾਂ ਅਤੇ ਨਾ ਉਹਨੇ ਚਿਕਨ ਕਿਊਬ ਵੀ ਵਿੱਚ ਪਾਇਆ ਅਤੇ ਸੂਪ ਬਣਾਉਣ ਵਾਸਤੇ ਅਸੀਂ ਸੋਚੀਏ ਨਾ ਅਤੇ ਫਿਰ ਸਾਡੇ ਘਰ ਤਾਂ ਬਈ ਨਮਕ ਮਿਰਚ ਆਇਲ ਅਤੇ ਚੀਨੀ ਅਤੇ ਪੱਤੀ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀ ਫਾਲਤੂ ਚੀਜ਼ਾਂ ਨੇ ਉਹ ਨਾ ਕਦੀ ਲਿਆਈ ਦੀਆਂ ਅਤੇ ਨਾ ਰੱਖੀ ਦੀਆਂ ਨੇ। ਵੈਸੇ ਪਤਾ ਨਹੀਂ ਮੈਨੂੰ ਕਿਉਂ ਨਹੀਂ ਯਾਦ ਆ ਰਿਹਾ ਕਿ ਅਸੀਂ ਜਿਹੜਾ ਨਾ ਉਹ ਮੰਗਵਾਇਆ ਸੀ ਕੌਰਨਫਲੋਰ ਮੰਗਾਇਆ ਸੀ। ਕਾਹਦੇ ਵਾਸਤੇ ਮੰਗਾਇਆ ਸੀ? ਐਸੀ ਕੋਈ ਚੀਜ਼ ਤਾਂ ਮੈਂ ਬਣਾਈ ਨਹੀਂ ਲੇਕਿਨ ਪਿਆ ਸੀ, ਲੇਕਿਨ ਉਹ ਥੋੜ੍ਹਾ ਸੀ ਅਤੇ ਮੈਂ ਕੀ ਕੀਤਾ, ਮੈਂ ਹੈ ਕਿ ਜੁਗਾੜ ਕਰਾਂ ਕਿ ਹੁਣ ਹੋਰ ਮੰਗਾਉਣ ਵਾਲੇ ਅਤੇ ਮੇਰੇ ਕੋਲ ਪੈਸੇ ਨਹੀਂ ਹੈ ਅਤੇ ਮੈਂ ਕੀ ਕੀਤਾ ਫਿਰ ਮੈਂ ਉਹਨੂੰ ਹੀ ਕੌਰਨਫਲੋਰ ਨਹੀਂ ਪਾ ਲਿਆ ਜਿਹੜਾ ਥੋੜ੍ਹਾ ਸੀ। ਫਿਰ ਮੈਂ ਉਹਨੂੰ ਹਲਕੀ ਅੱਗ 'ਤੇ ਪੱਕਣ ਵਾਸਤੇ ਰੱਖ ਦਿੱਤਾ ਸੂਪ ਨੂੰ। ਸੂਪ ਤਾਂ ਮਾਸ਼ਾਅੱਲਾ ਬੜਾ ਸੋਹਣਾ ਬਣ ਗਿਆ। ਇਹ ਹੁਣ ਚਿਕਨ ਜੀ ਗਲ ਗਿਆ, ਇਹਦੇ ਵਿੱਚ ਮੈਂ ਸਬਜ਼ੀਆਂ ਹਲਕੀ ਜੀ ਫਰਾਈ ਕਰਕੇ ਪਾ ਦਿੱਤੀਆਂ। ਫਰਾਈ ਕਰਕੇ ਪਾਓ ਨਾ ਫਿਰ ਇਹਦਾ ਜਿਹੜਾ ਨਾ ਜ਼ਾਇਕਾ ਬੜਾ ਵਧੀਆ ਹੁੰਦਾ। ਇੰਝ ਪਾਓਗੇ ਤਾਂ ਫਿਰ ਵੀ ਵਧੀਆ ਹੀ ਹੋਏਗਾ ਲੇਕਿਨ ਥੋੜ੍ਹਾ ਸਾਰਾ ਚੇਂਜ ਹੋਏਗਾ। ਅਤੇ ਫਿਰ ਮੈਂ ਇਹਦੇ ਵਿੱਚ ਪਾਇਆ ਜੀ ਚਿਕਨ ਕਿਊਬ ਵੀ ਮੰਗਾ ਕੇ ਉਹ ਵੀ ਵਿੱਚ ਨਵਾਂ ਸਿਆਪਾ ਪਾਇਆ ਅਤੇ ਕਾਲੀਆਂ ਮਿਰਚਾਂ ਮੰਗਾਈਆਂ ਉਹ ਵੀ ਸਾਡੇ ਘਰ ਖ਼ਤਮ ਹੋਈਆਂ ਸਨ। ਅਤੇ ਨਾ ਬਸ ਇਹ ਮੁਲਕੀ ਹਾਲਾਤ ਦੀ ਵਜ੍ਹਾ ਤੋਂ ਨਾ ਅੱਜ ਕੱਲ੍ਹ ਮੇਰੇ ਹਸਬੈਂਡ ਜੀ ਦੀ ਤਾਂ ਦਿਹਾੜੀ ਨਹੀਂ ਸੀ ਲੱਗ ਰਹੀ ਅਤੇ ਥੋੜ੍ਹੀ ਅਜ਼ਮਾਇਸ਼ ਆਈ ਸੀ ਲੇਕਿਨ ਫਿਰ ਵੀ ਸ਼ੁਕਰ ਅਲਹਮਦੁਲਿਲਾ ਜੀ। ਮੈਂ ਬੜਾ ਸੋਹਣਾ ਸੂਪ ਬਣਾ ਕੇ ਰੈਡੀ ਕਰਕੇ ਰੱਖ ਦਿੱਤਾ ਹਲਕੀ ਅੱਗ 'ਤੇ ਸੋਹਣਾ ਕਰਕੇ ਨਾ। ਮੈਂ ਆਇਆ ਹੁਣ ਹਸਬੈਂਡ ਜੀ ਆਉਣਗੇ ਉਹਨਾਂ ਨੂੰ ਗਰਮ ਪਿਆਲਾ ਸੂਪ ਦਾ ਦਿਆਂਗੇ। ਜਦੋਂ ਉਹ ਆਏ ਮੈਂ ਉਹਨਾਂ ਨੂੰ ਆਖਿਆ ਸੂਪ ਬਣ ਗਿਆ, ਬੜਾ ਹੀ ਸੋਹਣਾ ਬਣਿਆ। ਮੈਂ ਨਾ 2 ਕੋਲੀਆਂ ਭਰ ਕੇ ਪੀਤਾ। ਜਦੋਂ ਮੈਂ ਕੋਲੀ ਭਰੀ ਨਾ ਅਤੇ ਉਹ ਆਖਦੇ ਨੇ ਸੂਪ ਜਦੋਂ ਬਣ ਜਾਏਗਾ ਨਾ ਅਤੇ ਆਪਣੇ ਮੁਤਾਬਿਕ ਵੀ ਵੈਸੇ ਮੈਂ ਇੰਨੀ ਖਾਣ ਪੀਣ ਵਾਲੀ ਨਹੀਂ ਹੈ ਕਿ ਮੈਂ ਬਹੁਤ ਜ਼ਿਆਦਾ ਖਾਂਦੀ ਹਾਂ ਲੇਕਿਨ ਕਈ ਦਫਾ ਮੈਂ ਰਾਤ ਨੂੰ ਦੇਰ ਨਾਲ ਖਾਣਾ ਖਾਂਦੀ ਹਾਂ ਨਾ ਅਤੇ ਮੈਨੂੰ ਗੈਸ ਹੋ ਜਾਂਦੀ। ਫਿਰ ਮੈਨੂੰ ਨਾ ਜਲਨ ਹੁੰਦੀ ਸੀਨੇ 'ਚ ਐਸੀ ਡਕਾਰ ਸਾਰੀ ਰਾਤ ਮਾਰ ਕੇ ਮੈਂ ਨਾ ਗੁਜ਼ਾਰ ਦਿੰਦੀ ਹਾਂ। ਅਤੇ ਉਹ ਫਿਰ ਇਸ ਵਜ੍ਹਾ ਤੋਂ ਬੋਲ ਰਹੇ ਸੀ, ਉਹ ਆਖਦੇ ਸਨ ਕਿ ਇਹਦੇ ਵਿੱਚ ਕਾਲੀਆਂ ਮਿਰਚਾਂ ਪਈਆਂ ਨੇ ਫਿਰ ਤੂੰ ਸਾਰੀ ਰਾਤ ਸਾਨੂੰ ਵੀ ਤੰਗ ਕਰਨਾ ਅਤੇ ਆਪ ਵੀ ਤੰਗ ਹੋਣਾ ਅਤੇ ਇਸ ਵਾਸਤੇ ਨਾ ਸੂਪ ਤੂੰ ਥੋੜ੍ਹਾ ਪੀਣਾ। ਮੈਂ ਕਿਹਾ ਹਾਏ ਹੁਣ ਸੂਪ ਹੀ ਬਣਦਾ ਪਿਆ ਅਤੇ ਉਹ ਵੀ ਤੁਸੀਂ ਆਖਦੇ ਹੋ ਥੋੜ੍ਹਾ ਪੀਣਾ। ਖੈਰ ਮੈਂ ਫਿਰ 1 ਕੋਲੀ ਪੀਤੀ ਫਿਰ ਥੋੜ੍ਹਾ ਸਾਰਾ ਹੋਰ ਪੀਤਾ। ਫਿਰ ਇਹ ਵੀ ਡਰ ਲੱਗੇ ਮੈਂ ਕਿਹਾ ਰਾਤੀ ਹੋ ਗਈ ਨਾ ਤਬੀਅਤ ਖਰਾਬ ਅਤੇ ਨਾਲੇ ਲਿੱਤਰ ਵੀ ਪੈਣੇ ਨੇ ਅਤੇ ਫਿਰ ਜਿਹੜਾ ਨਾ ਉਹ ਇਹਨਾਂ ਨੇ ਦੱਸਣਾ ਨਹੀਂ ਹੈ। ਅਤੇ ਸੂਪ ਦਾ ਜ਼ਾਇਕਾ ਵੀ ਬੜੇ ਮਜ਼ੇ ਦਾ ਸੀ। ਸਾਰਾ ਕੁਛ ਇੰਨਾ ਖੂਬਸੂਰਤ ਸ਼ਕਲ ਵਾਈਜ਼ ਵੀ ਖੂਬਸੂਰਤ ਸੀ ਲੇਕਿਨ ਸਾਰਿਆਂ ਤੋਂ ਵਧੀਆ ਇਹ ਗੱਲ ਕਿ ਮੈਂ ਆਪਣੇ ਬੰਦੇ ਨੂੰ ਜਦੋਂ ਸੂਪ ਪਾ ਕੇ ਦਿੱਤਾ ਮੈਂ ਕਿਹਾ ਲਓ ਜੀ ਸਈਆਂ ਜੀ ਤੁਸੀਂ ਸੂਪ ਪੀਓ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਖਿਆ ਅੱਜ ਮੈਂ ਸੂਪ ਨਹੀਂ ਪੀਣਾ। ਮੈਂ ਹਾਏ ਕਿਉਂ ਨਹੀਂ ਪੀਣਾ? ਆਖਦੇ ਨੇ ਅੱਜ ਮੈਂ ਖਾਣਾ ਬਾਹਰ ਖਾ ਆਇਆ ਅਤੇ ਮੇਰਾ ਫਿਰ ਮੈਦਾ ਜਲਨ ਕਰੇਗਾ, ਖਾਣਾ ਖਾ ਲਿਆ ਹੁਣ ਸੂਪ ਨਹੀਂ ਪੀਣਾ। ਮੈਂ ਕਿਹਾ ਹਾਂ ਮੈਂ ਤਾਂ ਇੰਤਜ਼ਾਰ ਕਰ ਰਹੀ ਸਾਂ ਕਿ ਤੁਸੀਂ ਪੀਓਗੇ ਲੇਕਿਨ ਖੈਰ ਉਹਨਾਂ ਨੇ ਇਨਕਾਰ ਕਰ ਦਿੱਤਾ। ਮੇਰਾ ਸੂਪ ਬਹੁਤ ਹੀ ਵਧੀਆ ਬਣਿਆ ਸੀ। ਔਰ ਮੇਰੇ ਚੈਨਲ ਨੂੰ ਸਪੋਰਟ ਕਰਨ ਲੱਗਿਆ ਤੁਹਾਨੂੰ ਕੀ ਟੈਨਸ਼ਨ ਕੀ ਤਕਲੀਫ ਹੁੰਦੀ? ਇੱਕ ਭੈਣਾਂ ਨੇ ਪਤਾ ਨਹੀਂ ਕੀ ਟੁੱਟੀ ਮੇਰੇ ਵਰਗੀ ਇੰਗਲਿਸ਼ ਬੋਲਦੀ ਸੀ ਵੀ ਅੱਲਾ ਜਾਣੇ ਕੀ ਉਹਨੇ ਇੰਗਲਿਸ਼ ਵਿੱਚ ਮੈਸੇਜ ਕੀਤਾ, ਮੈਨੂੰ ਕੋਈ ਸਮਝ ਨਹੀਂ ਆਈ ਕਿ ਭੈਣਾਂ ਤੇਰਾ ਮੈਸੇਜ ਕੀ ਹੈ, ਤੂੰ ਲਿਖਣਾ ਕੀ ਚਾਹ ਰਹੀ ਹੈ? ਅਤੇ ਸਾਦਾ ਬਣ, ਤੈਨੂੰ ਜੋ ਨਹੀਂ ਅੰਗਰੇਜ਼ੀ ਆਉਂਦੀ ਉਹਦੀਆਂ ਲੱਤਾਂ ਬਾਹਾਂ ਤੂੰ ਭੰਨ ਛੜੀਆਂ ਨੇ ਸਾਰੀਆਂ ਅਤੇ ਤੂੰ ਮੇਰੀ ਭੈਣ ਇੰਝ ਕਰ ਉਰਦੂ ਵਿੱਚ ਲਿਖ ਲੈ ਉਰਦੂ ਵਿੱਚ ਲਿਖ ਲੈ। ਕੀਬੋਰਡ ਹੁਣ ਉਰਦੂ ਵਾਲੇ ਵੀ ਹੈ ਨੇ ਨਾ ਜੀ। ਉਹਨੇ ਪਤਾ ਨਹੀਂ ਲੱਤਾਂ ਬਾਹਾਂ ਉਹਦੀਆਂ ਤੋੜ ਕੇ ਫਿਰ ਉਹਨੂੰ ਨਾਲੇ ਤੋੜੀਆਂ ਵੀ ਨਹੀਂ ਫਿਰ ਮਰੋੜ ਵੀ ਦਿੱਤੀਆਂ ਅਤੇ ਐਸੀ ਇੰਗਲਿਸ਼ ਲਿਖੀ ਅੱਲਾ ਜਾਣੇ ਕੋਈ ਸਮਝ ਨਹੀਂ ਆਈ। ਆਖਦੀ ਉਹ ਇਹਨਾਂ ਦੇ ਬੰਦੇ ਦੇ ਪਿੱਛੇ ਹਿਨਾਜ਼ ਨਹੀਂ ਹੈ ਪਲਵਿਸ਼ਾ ਜੀ ਦੀ ਭੈਣ, ਉਹ ਤਾਂ ਬੰਦੇ ਦਾ ਕੁਛ ਆਤੀ ਸੀ ਵੀ ਅੱਲਾ ਜਾਣੇ ਆਖਦੀ ਕੀ ਸੀ ਵੀ ਮੈਨੂੰ ਕੋਈ ਸਮਝ ਨਹੀਂ ਆਇਆ। ਖੈਰ ਚਲੋ ਜੀ ਮੈਂ ਨਾ ਸੂਟ ਸੁਬਾਹ ਅੱਜ ਸੰਡੇ ਸੀ, ਅੱਜ ਮੇਰੀ ਨਿੱਕੀ ਬੇਟੀ ਨੇ ਕਿਹਾ ਕਿ ਮੈਂ ਅੱਜ ਨਾਸ਼ਤਾ ਬਣਾਉਣਾ। ਮੈਂ ਕਿਹਾ ਵਾਹ ਇਹ ਤਾਂ ਸਹੀ ਹੋ ਗਿਆ। ਮੈਂ ਉਹਨੂੰ ਆਖਿਆ ਮੈਂ ਅੱਜ ਜਿਹੜਾ ਨਾ ਸੂਟ ਪੂਰਾ ਕਰਨਾ ਇਹਦਾ ਨਾ ਮੈਂ ਖੜਾ ਪਜਾਮਾ ਖੜੀ ਸ਼ਲਵਾਰ ਬਣਾਉਣੀ ਸੀ ਚੌੜੇ ਪਾਂਚਿਆਂ ਵਾਲੀ ਨਾ ਕਿ ਨਾ ਬੱਚੀ ਦੀ ਸੀ ਅਤੇ ਉਹ ਮੈਂ ਸੀ ਕੇ ਪੂਰਾ ਕਰਕੇ ਇਹਨੂੰ ਇਸਤਰੀ ਕਰਕੇ ਅਤੇ ਫਿਰ ਭੇਜਣਾ ਸੀ। ਮੇਰਾ ਬੇਟਾ ਚਲਾ ਗਿਆ ਸੀ ਫਿਰ ਮੈਂ ਉਹਨੂੰ ਬਾਜੀ ਨੂੰ ਆਖਿਆ ਕਿ ਭਾਈ ਤੁਸੀਂ ਆਪ ਹੀ ਆ ਜਾਓ ਅਤੇ ਲੈ ਜਾਓ। ਫਿਰ ਅਸੀਂ ਜਾਣਾ ਸੀ ਮਹਿਫਲ 'ਤੇ
ਤੇ ਨਾਲੇ ਅਸੀਂ ਇੱਕ ਨਵੇਂ ਪ੍ਰਾਹੁਣੇ ਦੇ ਲੈ ਕੇ ਆਏ ਹਾਂ ਕੱਪੜੇ, ਉਹ ਵੀ ਤੁਹਾਨੂੰ ਵਿਖਾਵਾਂਗੇ ਮਹਿਮਾਨ ਕਿੱਥੇ ਆਉਣ ਲੱਗੇ। ਪਹਿਲੇ ਮੇਰੇ ਜਿਹੜੇ ਨਾ ਕੀ ਨਾਂ ਹੈ ਵਲੋਗ ਵਿੱਚ ਤੁਸੀਂ ਮੈਸੇਜ ਕਰੋਗੇ ਔਰ ਮੇਰਾ ਵਲੋਗ ਪੂਰਾ ਵੇਖੋਗੇ, ਫਿਰ ਮੈਂ ਤੁਹਾਨੂੰ ਦੱਸਾਂਗੀ ਪ੍ਰਾਹੁਣਾ ਕਿੱਥੇ ਆਉਣ ਲੱਗਿਆ। ਅਤੇ ਬੜੀ ਸੋਹਣੇ ਜੀ ਅਸੀਂ ਬੱਚਿਆਂ ਦੇ ਕੱਪੜੇ ਲੈਣ ਜਾਈਏ ਨਾ, ਅਤੇ ਫਿਰ ਬੰਦੇ ਦਾ ਦਿਲ ਕਰਦਾ ਹੈ ਇਹ ਵੀ ਲੈ ਲਈਏ, ਇਹ ਵੀ ਲੈ ਲਈਏ। ਇੰਨੇ ਸੋਹਣੇ ਲੱਗਦੇ ਨੇ, ਬੰਦਾ ਆਖਦਾ ਸਾਰੇ ਹੀ ਲੈ ਲਈਏ, ਲੇਕਿਨ ਬੰਦਾ ਲੈ ਨਹੀਂ ਸਕਦਾ। ਅੱਜ ਕੱਲ੍ਹ ਜਿਹੜੇ ਕੱਪੜਿਆਂ ਨੂੰ ਅੱਗ ਲੱਗੀ, ਫਿਰ ਮੈਂ ਆਪਣੇ ਸ਼ੋਹਰ ਦੇ ਸਾਹਮਣੇ ਆਖਾਂ ਨਾ ਕੱਪੜਿਆਂ ਨੂੰ ਅੱਗ ਲੱਗੀ, ਉਹ ਆਖਦੇ ਨੇ ਫਿਰ ਬੁਝਾ ਕੇ ਪਾ ਲਓ, ਕਿੰਨੇ ਆਖੇ ਅੱਗ ਵਾਲੇ ਕੱਪੜੇ ਪਾਓ, ਅਤੇ ਬੜੇ ਸੋਹਣੇ ਲੱਗਦੇ ਨੇ, ਲੇਕਿਨ ਇੰਨੀ ਗੁੰਜਾਇਸ਼ ਨਹੀਂ ਹੁੰਦੀ ਕਿ ਬੰਦਾ ਸਾਰੇ ਕੱਪੜੇ ਲੈ ਸਕੇ। ਅਤੇ ਇਹ ਮੈਂ ਹੁਣ ਤੁਹਾਨੂੰ ਆਪਣੇ ਅਗਲੇ ਵਲੋਗ ਵਿੱਚ ਦੱਸਾਂਗੀ ਕਿ ਇਹ ਕਿਹਦੇ ਕੱਪੜੇ ਨੇ। ਅਤੇ ਮੇਰੇ ਚੈਨਲ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਦੁਆਵਾਂ ਵਿੱਚ ਯਾਦ ਰੱਖੋ। ਔਰ ਇਹ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛੋਗੇ ਨਾ ਕਿ ਇਹ ਕਿਹਦੇ ਕੱਪੜੇ ਨੇ, ਫਿਰ ਮੈਂ ਤੁਹਾਨੂੰ ਦੱਸਣਾ। ਬੜਾ ਸੋਹਣਾ ਪ੍ਰਾਹੁਣਾ ਆ ਰਿਹਾ ਹੁਣ, ਤੁਹਾਡੇ ਵਾਸਤੇ ਵੀ ਜ਼ਰਾ ਤੋਤੇ ਤੁਹਾਡੇ ਉਡਣਗੇ, ਹਾਏ ਕਿਹਦੇ ਘਰ ਪ੍ਰਾਹੁਣਾ ਆ ਰਿਹਾ। ਖੈਰ, ਅਤੇ ਇਹ ਵਾਲੇ ਕੁਸ਼ਨ ਵੀ ਭਰ ਕੇ ਆ ਗਏ ਨੇ। ਹੁਣ ਇਹਦੀਆਂ ਗੱਦੀਆਂ ਸੀਣੀਆਂ ਨੇ, ਉਹਦੀਆਂ ਮੈਂ ਵੀਡੀਓ ਬਣਾ ਕੇ ਤੁਹਾਨੂੰ ਬੜੀ ਸੋਹਣੀ ਵਿਖਾਵਾਂਗੀ ਕਿ ਕਿੰਝ ਦੀਆਂ ਬਣੀਆਂ ਨੇ। ਇੰਨੀਆਂ ਉੱਚੀਆਂ ਗੱਦੀਆਂ ਨੇ, ਇਹ ਮੈਂ ਭੇਜਣੀਆਂ ਨੇ, ਮੇਰੀਆਂ ਨਹੀਂ ਹੈ, ਕਿਸੇ ਦੀਆਂ ਨੇ, ਜਾਮਿਆਂ ਦੀਆਂ ਗੱਦੀਆਂ ਨੇ। ਇਹ ਮੈਂ ਸਾਰਾ ਪੜਵਾ ਕੇ ਰੱਖ ਦਿੱਤਾ ਸੀ, ਅਤੇ ਹੁਣ ਇਹਦੀਆਂ ਗੱਦੀਆਂ ਸੀਆਂਗੀ, ਕਵਰ ਸੀਆਂਗੀ, ਅਤੇ ਉਹਦਾ ਵੀ ਵਲੋਗ ਬਣਾਵਾਂਗੀ। ਅੱਲਾ ਹਾਫਿਜ਼, ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।